ਹੈਲੋ ਸਟੂਡੈਂਟਸ, ਐਡਜ਼ੋਰਪਸ਼ਨ ਚੈਪਟਰ ਆਪਾਂ ਸ਼ੁਰੂ ਕੀਤਾ ਹੋਇਆ ਹੈ। ਐਡਜ਼ੋਰਪਸ਼ਨ ਦੇ ਵਿੱਚ ਹੁਣ ਤੱਕ ਤੁਸੀਂ ਐਡਜ਼ੋਰਪਸ਼ਨ ਪੜ੍ਹ ਲਿਆ, ਐਡਜ਼ੋਰਪਸ਼ਨ ਤੇ ਐਬਜ਼ੋਰਪਸ਼ਨ ਕੀ ਹੁੰਦੀ ਹੈ ਉਹ ਪੜ੍ਹ ਲਿਆ, ਐਡਜ਼ੋਰਬੇਟ ਤੇ ਐਡਜ਼ੋਰਬੈਂਟ ਬਾਰੇ ਪੜ੍ਹ ਲਿਆ ਤੁਸੀਂ। ਅੱਗੇ ਆਪਾਂ ਕਰਦੇ ਹਾਂ ਟਾਈਪਸ ਆਫ ਐਡਜ਼ੋਰਪਸ਼ਨ। ਐਡਜ਼ੋਰਪਸ਼ਨ ਦੀਆਂ ਅੱਗੇ ਟਾਈਪਸ ਨੇ, ਜਾਣੀ ਕਿ ਐਡਜ਼ੋਰਪਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ, ਫਿਜ਼ੀਕਲ ਐਂਡ ਕੈਮੀਕਲ ਐਡਜ਼ੋਰਪਸ਼ਨ। ਠੀਕ ਹੈ ਜੀ, ਫਿਜ਼ੀਕਲ ਐਂਡ ਕੈਮੀਕਲ ਐਡਜ਼ੋਰਪਸ਼ਨ। ਫਿਜ਼ੀਕਲ ਐਡਜ਼ੋਰਪਸ਼ਨ ਕੀ ਹੁੰਦੀ ਹੈ? ਜਦੋਂ ਆਪਣੇ ਕੋਲ ਐਡਜ਼ੋਰਬੇਟ ਤੇ ਐਡਜ਼ੋਰਬੈਂਟ ਦੋਨੋਂ ਵੀਕ ਫੋਰਸਿਸ ਦੇ ਨਾਲ ਆਪਸ ਵਿੱਚ ਬੰਨੇ ਹੁੰਦੇ ਨੇ, ਆਪਸ ਵਿੱਚ ਬਾਈਂਡ ਹੁੰਦੇ ਨੇ, ਉਹਨੂੰ ਆਪਾਂ ਬੋਲ ਦਿੰਦੇ ਹਾਂ ਫਿਜ਼ੀਕਲ ਐਡਜ਼ੋਰਪਸ਼ਨ। ਜਾਣੀ ਕਿ ਐਡਜ਼ੋਰਬੇਟ ਹੈ ਤੇ ਐਡਜ਼ੋਰਬੈਂਟ ਹੈ, ਉਹਨਾਂ ਦੋਨਾਂ ਦੇ ਵਿੱਚ ਜਿਹੜੀਆਂ ਫੋਰਸਿਸ ਨੇ ਉਹ ਵੀਕ ਫੋਰਸਿਸ ਨੇ, ਜਾਣੀ ਕਿ ਵੀਕ ਵੰਡਰਵਾਲ ਫੋਰਸਿਸ ਜਾਂ ਕਹਿ ਲਓ ਫਿਜ਼ੀਕਲ ਫੋਰਸਿਸ ਨੇ, ਤਾਂ ਉਹਨੂੰ ਆਪਾਂ ਕੀ ਬੋਲ ਦਿੰਦੇ ਹਾਂ? ਫਿਜ਼ੀਕਲ ਐਡਜ਼ੋਰਪਸ਼ਨ। ਅਗਰ ਫੋਰਸਿਸ ਵੀਕ ਹੋਣਗੀਆਂ ਤਾਂ ਦੋਨਾਂ ਚੀਜ਼ਾਂ ਨੂੰ ਆਪਸ ਵਿੱਚੋਂ ਅਲੱਗ-ਅਲੱਗ ਕਰਨਾ ਸਿੰਪਲ ਹੋਏਗਾ। ਸੋ ਘੱਟ એનર્ਜੀ ਪ੍ਰੋਵਾਈਡ ਕਰਕੇ ਆਪਾਂ ਦੋਨਾਂ ਨੂੰ ਅਲੱਗ-ਅਲੱਗ ਕਰ ਸਕਦੇ ਹਾਂ। ਸੋ ਇੱਥੇ ਲੋ ਐਂਥੈਲਪੀ ਆਫ ਐਡਜ਼ੋਰਪਸ਼ਨ ਹੋਏਗਾ ਅਤੇ ਇਹ ਰਿਵਰਸੀਬਲ ਨੇਚਰ ਹੋਏਗਾ। ਮੀਨਸ ਅਗਰ ਆਪਾਂ ਐਡਜ਼ੋਰਬੇਟ ਨੂੰ ਐਡਜ਼ੋਰਬੈਂਟ ਦੀ ਸਰਫੇਸ ਦੇ ਉੱਪਰ ਐਡਜ਼ੋਰਬ ਕਰਵਾਤਾ, ਇਸ ਤੋਂ ਬਾਅਦ ਆਪਾਂ ਇਹਨੂੰ ਦੁਬਾਰਾ ਰਿਵਰਸ ਕਰ ਸਕਦੇ ਹਾਂ। ਮੀਨਸ ਇਹਨੂੰ ਇਸ ਦੀ ਸਰਫੇਸ 'ਚੋਂ ਦੁਬਾਰਾ ਉਡਾ ਸਕਦੇ ਹਾਂ। ਠੀਕ ਹੈ, ਅੱਗੇ ਆ ਗਿਆ ਅਫੈਕਟ ਆਫ ਟੈਂਪਰੇਚਰ। ਜੇ ਆਪਾਂ ਟੈਂਪਰੇਚਰ ਇਨਕਰੀਜ਼ ਕਰਦੇ ਹਾਂ ਤਾਂ ਇਹ ਐਡਜ਼ੋਰਪਸ਼ਨ ਡਿਕਰੀਜ਼ ਕਰਦੀ ਹੈ। ਮੈਂ ਉਹੀ ਚੀਜ਼ ਰਿਵਰਸੀਬਲ ਨੇਚਰ ਜਿਹੜਾ ਦੱਸਿਆ ਸੀ, ਉਹਦੇ ਵਿੱਚ ਕੀ ਹੈ, ਐਡਜ਼ੋਰਬ ਹੋ ਗਿਆ ਸਬਸਟਾਂਸ, ਇਹਨੂੰ ਆਪਾਂ ਦੁਬਾਰਾ ਡੀਜ਼ੋਰਬ ਕਰਵਾ ਸਕਦੇ ਹਾਂ ਟੈਂਪਰੇਚਰ ਨੂੰ ਇਨਕਰੀਜ਼ ਕਰਕੇ। ਠੀਕ ਹੈ ਜੀ, ਕੋਈ ਗੈਸ ਸੋਲਿਡ ਦੀ ਸਰਫੇਸ 'ਤੇ ਆ ਕੇ ਐਡਜ਼ੋਰਬ ਹੋ ਗਈ, ਅਗਰ ਆਪਾਂ ਟੈਂਪਰੇਚਰ ਇਨਕਰੀਜ਼ ਕਰਾਂਗੇ ਤਾਂ ਸਰਫੇਸ 'ਚੋਂ ਉੱਡ ਜਾਏਗੀ। ਲੈਕ ਆਫ ਸਪੈਸੀਫਿਸਿਟੀ ਜਾਂ ਲੈਕ ਆਫ ਸਪੈਸੀਫਿਕ ਨੇਚਰ। ਜਿਹੜਾ ਫਿਜ਼ੀਕਲ ਐਡਜ਼ੋਰਪਸ਼ਨ ਆ ਉਹ ਸਪੈਸੀਫਿਕ ਨੇਚਰ ਨਹੀਂ ਆ। ਮੀਨਸ ਇਹ ਨਹੀਂ ਹੈਗਾ ਕਿ ਕੋਈ ਵੀ ਇੱਕ ਪਰਟੀਕੂਲਰ ਗੈਸ ਇੱਕ ਪਰਟੀਕੂਲਰ ਸੋਲਿਡ 'ਤੇ ਹੀ ਡਿਪੋਜ਼ਿਟ ਹੋਏਗੀ ਜਾਂ ਐਡਜ਼ੋਰਬ ਹੋਏਗੀ। ਕੋਈ ਵੀ ਗੈਸ ਕੋਈ ਵੀ ਸੋਲਿਡ ਦੇ ਉੱਪਰ ਫਿਜ਼ੀਕਲ ਐਡਜ਼ੋਰਪਸ਼ਨ ਦੇ ਸਕਦੀ ਹੈ। ਅੱਗੇ ਹੈਗਾ ਨੇਚਰ ਆਫ ਐਡਜ਼ੋਰਬੇਟ। ਐਡਜ਼ੋਰਬੇਟ ਜਿਹਨੇ ਐਡਜ਼ੋਰਬ ਹੋਣਾ ਜਨਰਲੀ ਗੈਸਿਸ ਹੋਣਗੀਆਂ, ਤਾਂ ਗੈਸਿਸ ਜਿੰਨੀਆਂ ਈਜ਼ਲੀ ਲਿਕੀਫਾਈ ਹੋ ਜਾਣਗੀਆਂ ਓਨੀ ਉਹ ਵੱਧ ਐਡਜ਼ੋਰਪਸ਼ਨ ਸ਼ੋਅ ਕਰਨਗੀਆਂ ਫਿਜ਼ੀਕਲ ਐਡਜ਼ੋਰਪਸ਼ਨ। ਓਕੇ, ਫੋਰ ਐਗਜ਼ਾਮਪਲ 1 ਗ੍ਰਾਮ ਚਾਰਕੋਲ ਹੈ ਮੇਰੇ ਕੋਲ, ਇਹਦੇ ਉੱਪਰ ਸਲਫਰ ਡਾਈਆਕਸਾਈਡ ਅਤੇ ਮਿਥੇਨ ਦੋਨਾਂ ਨੂੰ ਆਪਾਂ ਐਡਜ਼ੋਰਬ ਕਰਵਾਉਣਾ। ਠੀਕ ਹੈ ਜੀ, ਸਲਫਰ ਡਾਈਆਕਸਾਈਡ ਦਾ ਜਿਹੜਾ ਕ੍ਰਿਟੀਕਲ ਟੈਂਪਰੇਚਰ ਆ ਉਹ 630 ਕੈਲਵਿਨ ਹੈ, ਮਿਥੇਨ ਦਾ ਹੈਗਾ 190 ਕੈਲਵਿਨ। 630 190 ਜਿਹਦਾ ਕ੍ਰਿਟੀਕਲ ਟੈਂਪਰੇਚਰ ਜ਼ਿਆਦਾ ਹੋਏਗਾ ਉਹ ਈਜ਼ਲੀ ਲਿਕੀਫਾਈ ਹੋ ਜਾਏਗੀ, ਸੋ ਇਹ ਗੈਸ ਜ਼ਿਆਦਾ ਐਡਜ਼ੋਰਬ ਹੋਏਗੀ। ਅੱਗੇ ਆ ਗਿਆ ਨੇਚਰ ਆਫ ਐਡਜ਼ੋਰਬੇਟ। ਜਿਹੜਾ ਐਡਜ਼ੋਰਬੇਟ ਹੈ ਜਿਹਨੇ ਡਿਪੋਜ਼ਿਟ ਹੋਣਾ ਹੈ ਉਹਦੀ ਨੇਚਰ 'ਤੇ ਕੋਈ ਫਰਕ ਨਹੀਂ ਉਹਦੀ ਸਟੇਟ 'ਤੇ ਕੋਈ ਫਰਕ ਨਹੀਂ ਪਏਗਾ। ਇੱਦਾਂ ਨਹੀਂ ਹੈ ਕਿ ਉਹਦੀ ਸਟੇਟ ਚੇਂਜ ਹੋ ਜਾਏਗੀ, ਜਿਵੇਂ ਪਹਿਲਾਂ 0 ਹੈ ਫਿਰ 2 ਪੋਜ਼ੀਟਿਵ ਬਣ ਜਾਏਗੀ ਜਾਂ 2 ਨੈਗੇਟਿਵ ਬਣ ਜਾਏਗੀ, ਇੱਦਾਂ ਕੁਛ ਨਹੀਂ ਹੈ, ਸਟੇਟ ਸੇਮ ਰਹਿੰਦੀ ਹੈ। ਠੀਕ ਹੈ, ਨੈਕਸਟ ਆ ਗਿਆ ਕੈਮੀਕਲ ਐਡਜ਼ੋਰਪਸ਼ਨ। ਜਦੋਂ ਆਪਣੇ ਕੋਲ ਐਡਜ਼ੋਰਬੇਟ ਅਤੇ ਐਡਜ਼ੋਰਬੈਂਟ ਦੇ ਪਾਰਟੀਕਲਸ ਆਪਸ ਵਿੱਚ ਸਟਰੋਂਗ ਬੌਂਡ ਦੇ ਥਰੂ ਜੁੜੇ ਜਾਂਦੇ ਨੇ, ਸਟਰੋਂਗ ਬੌਂਡਿੰਗ ਹੁੰਦੀ ਹੈ ਉਹਨਾਂ ਦੇ ਵਿੱਚ, ਤਾਂ ਉਹਨੂੰ ਆਪਾਂ ਬੋਲਦੇ ਹਾਂ ਕੈਮੀਕਲ ਐਡਜ਼ੋਰਪਸ਼ਨ। ਜਦੋਂ ਬੌਂਡਿੰਗ ਸਟਰੋਂਗ ਹੈ ਇਟ ਮੀਨਸ ਐਂਥੈਲਪੀ ਵੀ ਜ਼ਿਆਦਾ ਹੋਏਗੀ ਉਹਨਾਂ ਨੂੰ ਤੋੜਨ ਦੇ ਲਈ, ਅਲੱਗ-ਅਲੱਗ ਕਰਨ ਦੇ ਲਈ ਜਿਹੜੀ ਵੀ એનર્ਜੀ ਆਪਾਂ ਨੂੰ ਚਾਹੀਦੀ ਹੈ ਉਹ ਵੀ ਜ਼ਿਆਦਾ ਹੋਏਗੀ। ਤਾਂ ਇੱਥੇ ਆਪਾਂ ਬੋਲ ਸਕਦੇ ਹਾਂ ਐਂਥੈਲਪੀ ਆਫ ਐਡਜ਼ੋਰਪਸ਼ਨ ਕਿੰਨੀ ਹੈ? ਹਾਈ ਹੈ। ਕਿੰਨੀ ਚਾਹੀਦੀ ਹੈ? 80 to 240 ਕਿਲੋ ਜੂਲ ਪਰ ਮੋਲ। ਅੱਗੇ ਇਹ ਇਰਰਿਵਰਸੀਬਲ ਨੇਚਰ ਹੈ, ਮੀਨਸ ਇਹਨੂੰ ਆਪਾਂ ਰਿਵਰਸ ਨਹੀਂ ਕਰ ਸਕਦੇ। ਇੱਕ ਵਾਰੀ ਜਿਹੜੀ ਬੌਂਡਿੰਗ ਹੋ ਗਈ ਇਸ ਤੋਂ ਬਾਅਦ ਪ੍ਰੋਡਕਟ ਬਣਦੇ ਆ, ਰਿਵਰਸ ਨਹੀਂ ਕੀਤਾ ਜਾ ਸਕਦਾ। ਟੈਂਪਰੇਚਰ ਦਾ ਕੀ ਇਫੈਕਟ ਪਏਗਾ? ਜਦੋਂ ਆਪਾਂ ਟੈਂਪਰੇਚਰ ਇਨਕਰੀਜ਼ ਕਰਦੇ ਹਾਂ ਤਾਂ ਪਹਿਲਾਂ ਇਹ ਕੈਮੀਕਲ ਐਡਜ਼ੋਰਪਸ਼ਨ ਇਨਕਰੀਜ਼ ਕਰਦੀ ਹੈ, ਦੈਨ ਇਹ ਡਿਕਰੀਜ਼ ਕਰਦੀ ਹੈ। ਅੱਗੇ ਹਾਈਲੀ ਸਿਲੈਕਟਿਵ, ਮੀਨਸ ਜਿਹੜੀ ਇਹ ਐਡਜ਼ੋਰਪਸ਼ਨ ਹੈ ਹਾਈਲੀ ਸਿਲੈਕਟਿਵ ਹੈ। ਇੱਦਾਂ ਨਹੀਂ ਹੈ ਕਿ ਹਰੇਕ ਗੈਸ ਹਰੇਕ ਸੋਲਿਡ ਦੇ ਉੱਪਰ ਕੈਮੀਕਲ ਐਡਜ਼ੋਰਪਸ਼ਨ ਦੇ ਸਕਦੀ ਹੈ, ਪਰਟੀਕੂਲਰ ਗੈਸ ਪਰਟੀਕੂਲਰ ਸੋਲਿਡ ਦੇ ਉੱਪਰ ਹੀ ਐਡਜ਼ੋਰਪਸ਼ਨ ਦੇਗੀ। ਠੀਕ ਹੈ ਜੀ, ਅੱਗੇ ਆ ਗਿਆ ਸਟੇਟ ਆਫ ਐਡਜ਼ੋਰਬੇਟ। ਐਡਜ਼ੋਰਬੇਟ ਦੀ ਸਟੇਟ ਚੇਂਜ ਕਰ ਸਕਦੀ ਹੈ, ਜਿਵੇਂ ਫੋਰ ਐਗਜ਼ਾਮਪਲ ਆਕਸੀਜਨ ਹੈ, ਆਕਸੀਜਨ ਦੀ ਸਟੇਟ ਜਿਹੜੀ ਹੈਗੀ ਆ O2 ਨੈਗੇਟਿਵ ਹੋ ਸਕਦੀ ਹੈ ਜਦੋਂ ਐਡਜ਼ੋਰਪਸ਼ਨ ਦਿੰਦਾ ਇਹ, O2 2 ਨੈਗੇਟਿਵ ਹੋ ਸਕਦੀ ਆ, O ਹੋ ਸਕਦਾ O ਨੈਗੇਟਿਵ O2 ਨੈਗੇਟਿਵ। ਠੀਕ ਹੈ ਜੀ, ਤਾਂ ਇੱਦਾਂ ਕਰਕੇ ਇਹਦੀ ਸਟੇਟ ਜਿਹੜੀ ਹੈਗੀ ਆ ਉਹ ਚੇਂਜ ਕਰ ਜਾਂਦੀ ਆ ਐਡਜ਼ੋਰਬੇਟ ਦੀ। ਅੱਗੇ ਆ ਗਿਆ ਵਾਟ ਆਰ ਦਾ ਡਿਫਰੈਂਸਿਸ ਬਿਟਵੀਨ ਫਿਜ਼ੀਕਲ ਐਂਡ ਕੈਮੀਕਲ ਐਡਜ਼ੋਰਪਸ਼ਨ। ਇਹ ਪੇਪਰ 'ਚ ਕੁਐਸਚਨ ਆਉਂਦਾ ਹੀ ਰਹਿੰਦਾ, ਸੋ ਇਹਨੂੰ ਤੁਸੀਂ ਜਿਹੜੇ ਮੈਂ ਉੱਪਰ ਫਿਜ਼ੀਕਲ ਅਤੇ ਕੈਮੀਕਲ ਐਡਜ਼ੋਰਪਸ਼ਨ ਕਰਵਾਈ ਆ ਉੱਥੋਂ ਕਰ ਵੀ ਸਕਦੇ ਹੋ। ਨੈਕਸਟ ਆ ਗਿਆ ਐਡਜ਼ੋਰਪਸ਼ਨ ਆਫ ਗੈਸਿਸ ਔਨ ਸੋਲਿਡਸ। ਜਿਹੜੀਆਂ ਗੈਸਿਸ ਦੀ ਸੋਲਿਡ ਦੇ ਉੱਪਰ ਐਡਜ਼ੋਰਪਸ਼ਨ ਹੁੰਦੀ ਹੈ ਉਹਨੂੰ ਆਪਾਂ ਨੇ ਸਟੱਡੀ ਕਰਨਾ। ਠੀਕ ਹੈ ਜੀ, ਗੈਸਿਸ ਸੋਲਿਡ ਦੇ ਉੱਪਰ ਐਡਜ਼ੋਰਬ ਹੋ ਜਾਂਦੀਆਂ ਨੇ,
ਫਿਜ਼ੀਕਲ ਮੀਨਿੰਗ ਦੇ ਥਰੂ ਵੀ ਹੋ ਜਾਂਦੀਆਂ ਨੇ, ਕੈਮੀਕਲ ਮੀਨਿੰਗ ਦੇ ਥਰੂ ਵੀ ਹੁੰਦੀ ਹੈ। ਮਤਲਬ ਫਿਜ਼ੀਕਲ ਐਡਜ਼ੋਰਪਸ਼ਨ ਵੀ ਦੇ ਸਕਦੀਆਂ ਨੇ ਅਤੇ ਕੈਮੀਕਲ ਵੀ ਦੇ ਸਕਦੀਆਂ ਨੇ। ਤਾਂ ਇਹਦੇ ਲਈ ਕੁਝ ਫੈਕਟਰਸ ਨੇ ਜਿਨ੍ਹਾਂ 'ਤੇ ਐਡਜ਼ੋਰਪਸ਼ਨ ਡਿਪੈਂਡ ਕਰਦੀ ਹੈ। ਪਹਿਲਾ ਹੈਗਾ ਨੇਚਰ ਆਫ ਦ ਗੈਸ। ਗੈਸ ਦੀ ਨੇਚਰ ਕਿੱਦਾਂ ਦੀ ਹੈ, ਕਿ ਗੈਸ ਈਜ਼ੀਲੀ ਲਿਕੀਫਾਈ ਹੋ ਜਾਣੀ ਹੈ ਜਾਂ ਨਹੀਂ ਹੋ ਜਾਣੀ। ਜਿੰਨੀ ਗੈਸ ਈਜ਼ੀਲੀ ਲਿਕੀਫਾਈ ਹੋਏਗੀ ਉਨੀ ਹੀ ਐਡਜ਼ੋਰਪਸ਼ਨ ਜ਼ਿਆਦਾ ਹੋਏਗੀ। ਨੈਕਸਟ ਹੈਗਾ ਨੇਚਰ ਆਫ ਐਡਜ਼ੋਰਬੈਂਟ। ਐਡਜ਼ੋਰਬੈਂਟ ਦਾ ਨੇਚਰ ਕਿੱਦਾਂ ਦਾ, ਮੀਨਸ ਕਿ ਉਹ ਫਾਈਨਲੀ ਡਿਵਾਈਡਡ ਹੈਗਾ, ਮੀਨਸ ਉਹ ਪੀਸਿਆ ਹੋਇਆ ਹੈਗਾ, ਤਾਂ ਇਹ ਚੀਜ਼ 'ਤੇ ਡਿਪੈਂਡ ਕਰਦਾ ਹੈ। ਸਰਫੇਸ ਏਰੀਆ, ਜਿੰਨਾ ਦੇਖੋ ਸਰਫੇਸ ਏਰੀਆ ਜ਼ਿਆਦਾ ਹੋਏਗਾ ਉਨੀ ਐਡਜ਼ੋਰਪਸ਼ਨ ਜ਼ਿਆਦਾ ਹੁੰਦੀ ਹੈ, ਕਿਉਂਕਿ ਐਡਜ਼ੋਰਪਸ਼ਨ ਸਰਫੇਸ ਫਿਨੋਮੀਨਾ ਸਰਫੇਸ 'ਤੇ ਹੁੰਦੀ ਹੈ। ਜਿੰਨੀ ਸਰਫੇਸ ਜ਼ਿਆਦਾ ਪ੍ਰੋਵਾਈਡ ਕਰ ਦਾਂਗੇ ਉਨੀ ਹੀ ਐਡਜ਼ੋਰਪਸ਼ਨ ਜ਼ਿਆਦਾ ਹੋਏਗੀ। ਫੋਰ ਐਗਜ਼ਾਮਪਲ ਇੱਕ ਆਪਣੇ ਕੋਲ ਚਾਰਕੋਲ ਹੈ, ਆਪਾਂ ਡਲੀਆਂ ਦੀ ਫਾਰਮ 'ਚ ਲੈ ਲਿਆ, ਇੱਕ ਆਪਾਂ ਚਾਰਕੋਲ ਉਹੀ ਪਾਊਡਰ ਫਾਰਮ 'ਚ ਲੈ ਲਿਆ, ਤਾਂ ਪਾਊਡਰ ਫਾਰਮ ਜ਼ਿਆਦਾ ਐਡਜ਼ੋਰਪਸ਼ਨ ਦੇਗਾ ਐਜ਼ ਕੰਪੇਅਰ ਟੂ ਜਿਹੜੀਆਂ ਉਹ ਡਲੀਆਂ ਵਾਲਾ ਲੈਤਾ। ਨੈਕਸਟ ਆ ਗਿਆ ਇਫੈਕਟ ਆਫ ਟੈਂਪਰੇਚਰ। ਟੈਂਪਰੇਚਰ ਦਾ ਫਿਜ਼ੀਕਲ ਐਡਜ਼ੋਰਪਸ਼ਨ 'ਤੇ ਅਲੱਗ ਇਫੈਕਟ ਪੈਂਦਾ, ਕੈਮੀਕਲ 'ਤੇ ਅਲੱਗ ਇਫੈਕਟ ਪੈਂਦਾ। ਫਿਜ਼ੀਕਲ ਐਡਜ਼ੋਰਪਸ਼ਨ ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਡਿਕਰੀਜ਼ ਕਰਦੀ ਹੈ, ਕੈਮੀਕਲ ਐਡਜ਼ੋਰਪਸ਼ਨ ਪਹਿਲਾਂ ਇਨਕਰੀਜ਼ ਕਰਦੀ ਹੈ ਫਿਰ ਡਿਕਰੀਜ਼ ਕਰਦੀ ਹੈ। ਠੀਕ ਹੈ ਜੀ, ਕਿਉਂ? ਕਿਉਂਕਿ ਫਿਜ਼ੀਕਲ ਐਡਜ਼ੋਰਪਸ਼ਨ ਦੇ ਵਿੱਚ ਆਪਾਂ ਸਿਰਫ ਫੋਰਸਿਸ ਲੈ ਕੇ ਚੱਲ ਰਹੇ ਹਾਂ, ਉਹਦੇ ਵਿੱਚ ਕੈਮੀਕਲ ਬੌਂਡ ਲੈ ਕੇ ਚੱਲ ਰਹੇ ਹਾਂ। ਫਿਜ਼ੀਕਲ ਐਡਜ਼ੋਰਪਸ਼ਨ ਦੇ ਵਿੱਚ ਜਦੋਂ ਆਪਾਂ ਟੈਂਪਰੇਚਰ ਇਨਕਰੀਜ਼ ਕਰਾਂਗੇ ਤਾਂ ਜਿਹੜੀ ਗੈਸ ਹੈ ਉਹ ਹੀਟ ਨੂੰ ਐਬਜ਼ੋਰਬ ਕਰੇਗੀ ਅਤੇ ਸਰਫੇਸ 'ਚੋਂ ਉੜ ਜਾਏਗੀ। ਠੀਕ ਹੈ ਜੀ। ਨੈਕਸਟ ਜਿਹੜਾ ਕੈਮੀਕਲ ਐਡਜ਼ੋਰਪਸ਼ਨ ਹੈ ਉਹਦੇ ਵਿੱਚ ਕੀ ਆ, ਆਪਾਂ ਪਹਿਲਾਂ ਬੌਂਡ ਫਾਰਮ ਕਰਨਾ। ਬੌਂਡ ਨੂੰ ਫਾਰਮ ਕਰਨ ਦੇ ਲਈ એનર્ਜੀ ਚਾਹੀਦੀ ਹੈ। ਸੋ ਅਗਰ ਆਪਾਂ ਪਹਿਲਾਂ ਟੈਂਪਰੇਚਰ ਇਨਕਰੀਜ਼ ਕਰਦੇ ਹਾਂ ਤਾਂ ਪਹਿਲਾਂ ਬੌਂਡ ਫਾਰਮਿੰਗ ਹੁੰਦੀ ਹੈ। ਇਸ ਤੋਂ ਜੇ ਜ਼ਿਆਦਾ ਇਨਕਰੀਜ਼ ਕੀਤਾ ਜਾਂਦਾ ਤਾਂ ਉਹੀ ਜਿਹੜਾ ਬੌਂਡ ਫਾਰਮ ਹੋਇਆ ਉਹ ਬ੍ਰੇਕ ਹੋਣਾ ਸ਼ੁਰੂ ਹੋ ਜਾਏਗਾ। ਸੋ ਪਹਿਲਾਂ ਇਨਕਰੀਜ਼ ਹੁੰਦੀ ਹੈ ਐਡਜ਼ੋਰਪਸ਼ਨ, ਫਿਰ ਡਿਕਰੀਜ਼ ਹੁੰਦੀ ਹੈ। ਨੈਕਸਟ ਆ ਗਿਆ ਇਫੈਕਟ ਆਫ ਪ੍ਰੈਸ਼ਰ। ਦੇਖੋ ਅਗਰ ਆਪਾਂ ਪ੍ਰੈਸ਼ਰ ਜ਼ਿਆਦਾ ਦੇਵਾਂਗੇ ਤਾਂ ਗੈਸ ਜਿਹੜੀ ਹੈਗੀ ਹੈ ਕੰਡੈਂਸ ਹੋਣਾ ਸ਼ੁਰੂ ਹੋ ਜਾਏਗੀ, ਗੈਸ ਦੇ ਪਾਰਟੀਕਲਸ ਨੇੜੇ ਨੇੜੇ ਆਉਣਗੇ, ਸੋ ਐਡਜ਼ੋਰਪਸ਼ਨ ਜ਼ਿਆਦਾ ਹੋਏਗੀ। ਐਕਟੀਵੇਸ਼ਨ ਆਫ ਐਡਜ਼ੋਰਬੈਂਟ ਅਤੇ ਨੇਚਰ ਆਫ ਐਡਜ਼ੋਰਬੈਂਟ ਸੇਮ ਚੀਜ਼ਾਂ ਨੇ। ਐਕਟੀਵੇਸ਼ਨ ਕਿਵੇਂ ਕਰ ਸਕਦੇ ਹਾਂ, ਜਾਂ ਤਾਂ ਆਪਾਂ ਉਹਦਾ ਸਰਫੇਸ ਏਰੀਆ ਵਧਾ ਦਈਏ ਤਾਂ ਵੀ ਐਕਟੀਵੇਸ਼ਨ ਹੋ ਜਾਂਦੀ ਹੈ ਐਡਜ਼ੋਰਬੈਂਟ ਦੀ, ਜਿਹਦੇ ਉੱਪਰ ਐਡਜ਼ੋਰਪਸ਼ਨ ਕਰਵਾਉਣੀ ਹੈ, ਜਾਂ ਆਪਾਂ ਉਹਨੂੰ ਪੀਸੀ ਹੋਈ ਫਾਰਮ 'ਚ ਲੈ ਲਈਏ, ਜਾਂ ਆਪਾਂ ਉਹਨੂੰ ਹੀਟ ਕਰ ਲਈਏ। ਤਾਂ 3-4 ਚੀਜ਼ਾਂ ਨੇ ਜਿਹਦੇ ਨਾਲ ਆਪਾਂ ਉਹਨੂੰ ਐਕਟੀਵੇਟ ਕਰ ਸਕਦੇ ਹਾਂ। ਠੀਕ ਹੈ ਜੀ। ਅਤੇ ਕੁਝ ਫੈਕਟਰ ਸੀਗੇ ਜਿਹੜੇ ਐਡਜ਼ੋਰਪਸ਼ਨ ਅਫੈਕਟ ਕਰਦੇ। ਅੱਗੇ ਆ ਗਿਆ ਐਡਜ਼ੋਰਪਸ਼ਨ ਆਈਸੋਥਰਮ। ਆਈਸੋ ਮੀਨਸ ਸੇਮ, ਥਰਮ ਮੀਨਸ ਹੀਟ ਔਰ ਟੈਂਪਰੇਚਰ। ਇਟ ਮੀਨਸ ਇਹਦੇ ਵਿੱਚ ਟੈਂਪਰੇਚਰ ਕੀ ਰਹੇਗਾ, ਕੌਨਸਟੈਂਟ ਰਹੇਗਾ। ਤਾਂ ਹੈ ਕੀ ਹੈ, ਦ ਰਿਲੇਸ਼ਨ ਬਿਟਵੀਨ ਦ ਅਮਾਊਂਟ ਆਫ ਸਬਸਟਾਂਸ ਐਡਜ਼ੋਰਬਡ ਬਾਈ ਐਡਜ਼ੋਰਬੈਂਟ ਐਂਡ ਇਕੁਇਲਿਬਰੀਅਮ ਗੈਸ ਪ੍ਰੈਸ਼ਰ ਐਟ ਏ ਕੌਨਸਟੈਂਟ ਟੈਂਪਰੇਚਰ ਇਜ਼ ਕਾਲਡ ਐਡਜ਼ੋਰਪਸ਼ਨ ਆਈਸੋਥਰਮ। ਜਾਣੀ ਕਿ ਅਮਾਊਂਟ ਆਫ ਐਡਜ਼ੋਰਪਸ਼ਨ ਅਤੇ ਪ੍ਰੈਸ਼ਰ ਦੇ ਵਿੱਚ ਜਿਹੜਾ ਰਿਲੇਸ਼ਨ ਬਣਦਾ ਹੈ ਕੌਨਸਟੈਂਟ ਟੈਂਪਰੇਚਰ 'ਤੇ, ਉਹਨੂੰ ਆਪਾਂ ਬੋਲਦੇ ਹਾਂ ਐਡਜ਼ੋਰਪਸ਼ਨ ਆਈਸੋਥਰਮ। ਠੀਕ ਹੈ ਜੀ। ਜਿਹੜਾ ਇੱਥੇ ਐਕਸਟੈਂਟ ਆਫ ਐਡਜ਼ੋਰਪਸ਼ਨ ਹੈ ਜਾਂ ਅਮਾਊਂਟ ਆਫ ਐਡਜ਼ੋਰਪਸ਼ਨ, ਉਹਨੂੰ ਆਪਾਂ XYM ਦੀ ਫਾਰਮ 'ਚ ਕੈਲਕੂਲੇਟ ਕਰਦੇ ਹੁੰਦੇ ਹਾਂ। X ਹੁੰਦੀ ਆ ਮਾਸ ਆਫ ਐਡਜ਼ੋਰਬੇਟ, ਜਿਹਨੇ ਐਡਜ਼ੋਰਬ ਹੋਣਾ। M ਇਜ਼ ਦਾ ਮਾਸ ਆਫ ਐਡਜ਼ੋਰਬੈਂਟ, ਜਿਹਦੇ ਉੱਪਰ ਡਿਪੋਜ਼ਿਟ ਹੋਣਾ ਜਾਂ ਆਪਣਾ ਐਡਜ਼ੋਰਪਸ਼ਨ ਹੋਣਾ। ਠੀਕ ਹੈ ਜੀ। X ਮਾਸ ਆਫ ਐਡਜ਼ੋਰਬੇਟ, M ਮਾਸ ਆਫ ਐਡਜ਼ੋਰਬੈਂਟ। ਠੀਕ ਹੈ ਜੀ। ਤਾਂ X/M ਦੀ ਫਾਰਮ 'ਚ ਆਪਾਂ ਅਮਾਊਂਟ ਆਫ ਜਾਂ ਐਕਸਟੈਂਟ ਆਫ ਐਡਜ਼ੋਰਪਸ਼ਨ ਫਾਈਂਡ ਆਊਟ ਕਰਦੇ ਹਾਂ। ਅੱਗੇ ਆ ਗਿਆ ਫਰੈਂਡਲਿਕ ਐਡਜ਼ੋਰਪਸ਼ਨ ਆਈਸੋਥਰਮ। ਫਰੈਂਡਲਿਕ ਨੇ ਸਟੱਡੀ ਕੀਤਾ, ਕਾਫੀ ਪ੍ਰੈਕਟੀਕਲ ਕੀਤੇ ਉਹਨੇ, ਐਡਜ਼ੋਰਪਸ਼ਨ ਨੂੰ ਸਟੱਡੀ ਕੀਤਾ ਤਾਂ ਉਹਨੇ ਦੇਖਿਆ ਕਿ ਇਸ ਤਰ੍ਹਾਂ ਦਾ ਗ੍ਰਾਫ ਬਣਦਾ ਅਗਰ ਆਪਾਂ ਅਮਾਊਂਟ ਆਫ ਐਡਜ਼ੋਰਪਸ਼ਨ ਅਤੇ ਪ੍ਰੈਸ਼ਰ ਦੇ ਵਿੱਚ ਗ੍ਰਾਫ ਬਣਾਉਂਦੇ ਹਾਂ। ਇੱਦਾਂ ਦਾ ਗ੍ਰਾਫ ਬਣੇਗਾ। ਅਗਰ ਆਪਾਂ ਇਹ ਗ੍ਰਾਫ ਨੂੰ ਚੰਗੀ ਤਰ੍ਹਾਂ ਐਗਜ਼ਾਮਾਈਨ ਕਰੀਏ ਤਾਂ ਇਹਦੇ ਵਿੱਚ 3 ਪਾਰਟ ਬਣਦੇ ਨੇ ਗ੍ਰਾਫ ਦੇ। ਫਸਟ ਪਾਰਟ ਹੈ ਇਹਨਾਂ ਵਾਲਾ ਪਾਰਟ ਜਿੱਥੇ ਇਹ ਸਟ੍ਰੇਟ ਲਾਈਨ ਆਉਂਦੀ ਹੈ, ਫਿਰ ਇਹਨਾਂ ਵਾਲਾ ਪਾਰਟ ਜਿਹੜਾ ਇੱਥੇ ਕਰਵ ਆਉਂਦੀ ਹੈ, ਫਿਰ ਇਸ ਤੋਂ ਬਾਅਦ ਸਟ੍ਰੇਟ ਲਾਈਨ ਆਉਂਦੀ ਹੈ, ਅੱਗੇ ਕੌਨਸਟੈਂਟ ਲਾਈਨ ਆਉਂਦੀ ਹੈ। ਤਾਂ 3 ਪਾਰਟ ਬਣ ਗਏ ਇਹਦੇ। ਠੀਕ ਹੈ ਜੀ। ਫਸਟ ਪਾਰਟ, ਸੈਕਿੰਡ ਪਾਰਟ ਐਂਡ ਥਰਡ ਪਾਰਟ। ਫਸਟ ਪਾਰਟ ਕੀ ਇੰਡੀਕੇਟ ਕਰਦਾ ਹੈ ਕਿ ਅਗਰ ਪ੍ਰੈਸ਼ਰ ਲੋ ਹੋਏਗਾ ਤਾਂ ਜਿਹੜੀ ਅਮਾਊਂਟ ਆਫ ਐਡਜ਼ੋਰਪਸ਼ਨ ਆ ਉਹ ਪ੍ਰੈਸ਼ਰ ਤੇ ਡਾਇਰੈਕਟਲੀ ਪ੍ਰਪੋਰਸ਼ਨਲ ਹੋਏਗੀ। ਜਿੰਨਾ ਪ੍ਰੈਸ਼ਰ ਵਧਾਵਾਂਗੇ ਉਨੀ ਇਹ ਐਡਜ਼ੋਰਪਸ਼ਨ ਵਧੇਗੀ। ਠੀਕ ਹੈ ਜੀ। ਐਟ ਹਾਈ ਪ੍ਰੈਸ਼ਰ, ਜਿੱਥੇ ਇਹ ਵਾਲਾ ਪ੍ਰੈਸ਼ਰ ਹੈ ਹਾਈ ਪ੍ਰੈਸ਼ਰ ਹੈ, ਹਾਈ ਪ੍ਰੈਸ਼ਰ ਦੇ ਉੱਪਰ ਦੇਖੋ ਇਹ ਕੌਨਸਟੈਂਟ ਲਾਈਨ ਜਾਂਦੀ ਹੈ। ਇਟ ਮੀਨਸ ਅਮਾਊਂਟ ਆਫ ਐਡਜ਼ੋਰਪਸ਼ਨ ਪ੍ਰੈਸ਼ਰ ਦੇ ਉੱਪਰ ਤਾਂ ਡਿਪੈਂਡ ਹੀ ਨਹੀਂ ਕਰ ਰਹੀ। ਸੋ ਇੱਥੇ ਆਪਾਂ ਲਿਖਦਾਂਗੇ X/M ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ P ਪਾਵਰ 0, ਮੀਨਸ P ਦੇ ਉੱਪਰ ਡਿਪੈਂਡ ਨਹੀਂ ਕਰਦੀ। ਠੀਕ ਹੈ ਜੀ। ਤਾਂ ਇਹਨੂੰ ਆਪਾਂ ਇੱਦਾਂ ਲਿਖਤਾ K ਕੌਨਸਟੈਂਟ ਹੈ। ਠੀਕ ਹੈ ਜੀ। ਨੈਕਸਟ ਆ ਗਿਆ ਐਟ ਇੰਟਰਮੀਡੀਏਟ ਟੈਂਪਰੇਚਰ। ਇੰਟਰਮੀਡੀਏਟ ਟੈਂਪਰੇਚਰ ਦੇ ਉੱਪਰ ਕੀ ਹੈ, X/M ਜਿੱਥੇ ਤੇ ਕਰਵ ਬਣਦੀ ਹੈ ਨਾ, ਉੱਥੇ ਆ ਜਾਏਗਾ ਡਾਇਰੈਕਟਲੀ ਪ੍ਰਪੋਰਸ਼ਨਲ ਟੂ P⁻1/n। ਪ੍ਰਪੋਰਸ਼ਨੈਲਿਟੀ ਹਟਾ ਕੇ ਆਪਾਂ ਕੌਨਸਟੈਂਟ ਲਗਾਤਾ। n ਦੀ ਵੈਲਿਊ ਹੋਲ ਨੰਬਰ ਹੋ ਸਕਦੀ ਹੈ। ਸੋ ਇਹ ਬਣ ਗਿਆ ਰਿਲੇਸ਼ਨ।
ਇਟ ਮੀਨਸ ਜਿਹੜੀ ਐਡਜ਼ੋਰਪਸ਼ਨ ਹੈ, ਅਗਰ ਆਪਾਂ ਪ੍ਰੈਸ਼ਰ ਇਨਕਰੀਜ਼ ਕਰਦੇ ਹਾਂ, ਐਡਜ਼ੋਰਪਸ਼ਨ ਨੂੰ, ਫਿਜ਼ੀਕਲ ਐਡਜ਼ੋਰਪਸ਼ਨ ਨੂੰ ਅਗਰ ਆਪਾਂ ਗੱਲ ਕਰੀਏ, ਅਗਰ ਆਪਾਂ ਪ੍ਰੈਸ਼ਰ ਇਨਕਰੀਜ਼ ਕਰਦੇ ਹਾਂ ਤਾਂ ਕੁਝ ਪ੍ਰੈਸ਼ਰ ਤੱਕ ਹੀ ਐਡਜ਼ੋਰਪਸ਼ਨ ਇਨਕਰੀਜ਼ ਹੁੰਦੀ ਹੈ, ਇਸ ਤੋਂ ਬਾਅਦ ਕੌਨਸਟੈਂਟ ਹੋ ਜਾਂਦੀ ਹੈ। ਕੌਨਸਟੈਂਟ ਕਿਉਂ ਹੋ ਜਾਂਦੀ ਹੈ? ਦੇਖੋ ਜਿਵੇਂ ਇਹ ਵਾਲੀ ਸਰਫੇਸ ਹੈ, ਇਹਦੇ ਉੱਪਰ ਆਪਾਂ ਗੈਸ ਐਡਜ਼ੋਰਬ ਕਰਨੀ ਹੈ, ਜਦੋਂ ਇਹ ਪੂਰੀ ਤਰ੍ਹਾਂ ਭਰੀ ਗਈ ਸਰਫੇਸ, ਇਸ ਤੋਂ ਬਾਅਦ ਤਾਂ ਐਡਜ਼ੋਰਪਸ਼ਨ ਨਹੀਂ ਹੋਏਗੀ ਨਾ। ਸੋ ਇੱਕ ਵਾਰੀ ਜਦੋਂ ਆਪਾਂ ਪ੍ਰੈਸ਼ਰ ਐਗਜ਼ਰਟ ਕਰਦੇ ਹਾਂ, ਪ੍ਰੈਸ਼ਰ ਲਗਾਉਣੇ ਆ ਇਹਦੇ ਉੱਪਰ, ਗੈਸ ਇਕੱਠੀ ਹੋ ਕੇ ਸਾਰੀ ਸਰਫੇਸ ਭਰ ਲੈਂਦੀ ਹੈ, ਉਦੋਂ ਤੱਕ ਐਡਜ਼ੋਰਪਸ਼ਨ ਇਨਕਰੀਜ਼ ਕਰਦੀ ਰਹਿੰਦੀ ਆ, ਇਸ ਵਕਤ ਕੌਨਸਟੈਂਟ ਹੋ ਜਾਂਦੀ ਹੈ। ਸੋ ਪ੍ਰੈਸ਼ਰ ਦਾ ਕਰਕੇ ਫਿਜ਼ੀਕਲ ਐਡਜ਼ੋਰਪਸ਼ਨ ਪਹਿਲਾਂ ਇਨਕਰੀਜ਼ ਹੁੰਦੀ ਹੈ, ਫਿਰ ਕੌਨਸਟੈਂਟ ਹੋ ਜਾਂਦੀ ਹੈ। ਠੀਕ ਹੈ ਜੀ। ਜਿਹੜੀ ਇਹੀ ਇਕੁਏਸ਼ਨ ਹੈ ਇੰਟਰਮੀਡੀਏਟ ਪ੍ਰੈਸ਼ਰ ਦੇ ਉੱਪਰ ਹੈ ਜਿਹੜੀ, ਇਸ ਨੂੰ ਹੀ ਆਪਾਂ ਲੌਗ ਟਰਮ ਲੈ ਕੇ ਸੋਲਵ ਕਰਦੇ ਹਾਂ। x/m = k p⁻1/n। ਦੋਨੋਂ ਸਾਈਡਾਂ 'ਤੇ ਆਪਾਂ ਲੌਗ ਲੈ ਲਿਆ। ਇੱਧਰ ਜਦੋਂ ਲੌਗ ਲਵਾਂਗੇ, ਇਹ ਦੇਖੋ ਦੋਨੋਂ ਚੀਜ਼ਾਂ ਪ੍ਰੋਡਕਟ ਦੇ ਵਿੱਚ ਨੇ, ਤਾਂ ਇੱਥੇ ਪਲੱਸ ਦੇ ਵਿੱਚ ਲੌਗ ਆ ਜਾਏਗਾ। ਠੀਕ ਹੈ ਜੀ। ਇਸ ਤੋਂ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ ਪਾਵਰ ਅੱਗੇ ਆ ਜਾਏਗੀ, ਲੌਗ p ਆ ਗਿਆ। ਹੁਣ ਦੇਖੋ ਇਹ ਸਟ੍ਰੇਟ ਲਾਈਨ ਦੀ ਇਕੁਏਸ਼ਨ ਨਹੀਂ ਬਣ ਗਈ, ਥੋੜ੍ਹਾ ਜਿਹਾ ਮੋਡੀਫਾਈ ਕਰਕੇ ਲਿਖ ਲਿਆ ਇਹਨੂੰ। ਸਟ੍ਰੇਟ ਲਾਈਨ ਦੀ ਇਕੁਏਸ਼ਨ ਬਣ ਗਈ ਨਾ, ਇਹ y ਹੈ, ਇਹਨੂੰ ਆਪਾਂ m ਕਹਿ ਦਾਂਗੇ, ਇਹਨੂੰ ਆਪਾਂ x ਕਹਿ ਦਾਂਗੇ, ਇਹਨੂੰ ਆਪਾਂ c ਕਹਿ ਦਾਂਗੇ। ਅਗਰ ਆਪਾਂ y ਤੇ x ਦੇ ਵਿੱਚ ਗ੍ਰਾਫ ਪਲਾਟ ਕਰੀਏ ਤਾਂ ਇਹ ਸਟ੍ਰੇਟ ਲਾਈਨ ਇਨਕਰੀਜ਼ਿੰਗ ਆਰਡਰ ਦੇ ਵਿੱਚ ਗ੍ਰਾਫ ਆਏਗਾ, ਕਿਉਂਕਿ ਸਲੋਪ ਆਪਣੀ ਪੋਜ਼ਿਟਿਵ ਹੈ। ਤਾਂ ਅਗਰ ਤੁਹਾਨੂੰ ਆ ਗਿਆ ਕਿ ਕਿੱਦਾਂ ਆਪਾਂ n ਦੀ ਵੈਲਿਊ ਕੈਲਕੂਲੇਟ ਕਰ ਸਕਦੇ ਹਾਂ ਜਾਂ ਕਿੱਦਾਂ ਆਪਾਂ k ਦੀ ਵੈਲਿਊ ਕੈਲਕੂਲੇਟ ਕਰ ਸਕਦੇ ਹਾਂ, ਤਾਂ log x/m ਤੇ log of p ਦੇ ਵਿੱਚ ਗ੍ਰਾਫ ਪਲਾਟ ਕਰੋ, ਸਟ੍ਰੇਟ ਲਾਈਨ ਆਏਗਾ, ਉੱਥੋਂ log of k ਇਹ ਆ ਜਾਏਗਾ। ਤੇ ਅਗਰ ਆਪਾਂ ਸਟ੍ਰੇਟ ਲਾਈਨ ਦੀ ਇਕੁਏਸ਼ਨ ਦੀ ਸਟ੍ਰੇਟ ਲਾਈਨ ਦੀ ਸਲੋਪ ਲਵਾਂਗੇ, ਉਹ ਆਪਣੇ ਕੋਲ n ਦੀ ਵੈਲਿਊ ਦੇ ਦੇਗਾ। ਸੋ ਆਪਾਂ n ਤੇ k ਇੱਥੋਂ ਕੈਲਕੂਲੇਟ ਕਰ ਸਕਦੇ ਹਾਂ ਈਜ਼ੀਲੀ। ਨੈਕਸਟ ਲਿਮੀਟੇਸ਼ਨਸ ਨੇ ਇਹਦੀਆਂ, ਫਲੈਨਲਿਕ ਐਡਜ਼ੋਰਪਸ਼ਨ ਆਈਸੋਥਰਮ ਦੀਆਂ ਲਿਮੀਟੇਸ਼ਨਸ ਕੀ ਨੇ ਕਿ ਹਾਈ ਪ੍ਰੈਸ਼ਰ ਦੇ ਉੱਪਰ ਇਹ ਕੰਮ ਨਹੀਂ ਕਰਦਾ, ਐਪਲੀਕੇਬਲ ਨਹੀਂ ਹੈ ਹਾਈ ਪ੍ਰੈਸ਼ਰ ਦੇ ਉੱਪਰ। ਹਾਈ ਪ੍ਰੈਸ਼ਰ ਦੇ ਉੱਪਰ ਇਹਨੇ ਕਹਿਤਾ ਕਿ ਅਗਰ ਆਪਣਾ ਪ੍ਰੈਸ਼ਰ ਹਾਈ ਹੋਏਗਾ ਤਾਂ ਐਡਜ਼ੋਰਪਸ਼ਨ ਕੌਨਸਟੈਂਟ ਹੋ ਜਾਏਗੀ, ਐਡਜ਼ੋਰਪਸ਼ਨ ਜਿਹੜੀ ਹੈਗੀ ਇਨਕਰੀਜ਼ ਨਹੀਂ ਕਰੇਗੀ। ਇਹ ਲਿਮਟਡ ਹੈ ਓਨਲੀ ਮੋਨੋਲੇਅਰ ਤੱਕ। ਮੀਨਸ ਅਗਰ ਇੱਕ ਲੇਅਰ ਪੂਰੀ ਤਰ੍ਹਾਂ ਕਵਰ ਕਰ ਲੈਂਦੀ ਹੈ ਗੈਸ ਦੀ ਕਿਸੇ ਸੋਲਿਡ ਨੂੰ, ਤਾਂ ਇਸ ਤੋਂ ਬਾਅਦ ਐਡਜ਼ੋਰਪਸ਼ਨ ਹੋਣੀ ਬੰਦ ਹੋ ਜਾਂਦੀ ਹੈ। ਠੀਕ ਹੈ ਜੀ। ਬਟ ਇਸ ਪ੍ਰੋਬਲਮ ਨੂੰ ਦੂਰ ਕੀਤਾ ਸੀ ਲੈਂਗਮੇਅਰ ਨੇ। ਲੈਂਗਮੇਅਰ ਕਹਿੰਦਾ ਕਿ ਇੱਕ ਤੋਂ ਜ਼ਿਆਦਾ ਲੇਅਰਸ ਬਣਦੀਆਂ ਜਾਂਦੀਆਂ ਨੇ, ਬਸ ਇਹ ਚੀਜ਼ ਦਾ ਹੈ ਕਿ ਜਿਹੜੀ ਪਹਿਲੀ ਲੇਅਰ ਸੋਲਿਡ ਦੇ ਨਾਲ ਬਾਈਂਡ ਕੀਤੀ ਹੋਈ ਹੈ ਉਹ ਜ਼ਿਆਦਾ ਫੋਰਸਿਸ ਦੇ ਨਾਲ ਬਾਈਂਡ ਕੀਤੀ ਹੋਊਗੀ, ਜਿਹੜੀ ਦੂਸਰੀ ਉਸ ਤੋਂ ਘੱਟ, ਤੀਸਰੀ ਉਸ ਤੋਂ ਘੱਟ। ਮੀਨਸ ਇੱਕ ਤੋਂ ਜ਼ਿਆਦਾ ਲੇਅਰਸ ਬਣਨੀ ਹੈ। ਮਲਟੀ ਲੇਅਰ ਸਟਰਕਚਰ ਦਿੱਤਾ ਸੀ ਜਿਹੜਾ ਕਿ ਤੁਹਾਡੇ ਸਿਲੇਬਸ ਦੇ ਵਿੱਚ ਫਿਲਹਾਲ ਨਹੀਂ ਹੈ। ਐਡਜ਼ੋਰਪਸ਼ਨ ਆਈਸੋਬਾਰ। ਐਡਜ਼ੋਰਪਸ਼ਨ ਆਈਸੋਬਾਰ ਮੀਨਸ ਕੌਨਸਟੈਂਟ ਪ੍ਰੈਸ਼ਰ ਦੇ ਉੱਪਰ ਅਮਾਊਂਟ ਆਫ ਐਡਜ਼ੋਰਪਸ਼ਨ ਦਾ ਟੈਂਪਰੇਚਰ ਦੇ ਨਾਲ ਜੋ ਰਿਲੇਸ਼ਨ ਬਣਦਾ ਹੈ, ਉਹਨੂੰ ਐਡਜ਼ੋਰਪਸ਼ਨ ਆਈਸੋਬਾਰ ਬੋਲਿਆ ਜਾਂਦਾ ਹੈ। ਫਿਜ਼ੀਕਲ ਐਡਜ਼ੋਰਪਸ਼ਨ ਦੀ ਗੱਲ ਕਰੀਏ ਤਾਂ ਐਡਜ਼ੋਰਪਸ਼ਨ ਜਿਹੜੀ ਹੈਗੀ ਆ ਉਹ ਟੈਂਪਰੇਚਰ ਦਾ ਕਰਕੇ ਡਿਕਰੀਜ਼ ਕਰਦੀ ਹੈ। ਕੈਮੀਕਲ ਦੀ ਗੱਲ ਕਰੀਏ ਪਹਿਲਾਂ ਇਨਕਰੀਜ਼ ਕਰਦੀ ਹੈ, ਫਿਰ ਡਿਕਰੀਜ਼ ਕਰਦੀ ਹੈ। ਜਿਹੜੀ ਚੀਜ਼ ਮੈਂ ਪਹਿਲਾਂ ਬੋਲੀ ਸੋ ਇੱਥੇ ਗ੍ਰਾਫਿਕਲੀ ਮੈਂ ਰਿਪਰੈਜ਼ੈਂਟ ਕੀਤੀ ਹੋਈ ਹੈ। ਠੀਕ ਹੈ ਜੀ। ਤਾਂ ਦੋਨੋਂ ਗ੍ਰਾਫਸ ਨੂੰ ਆਪਾਂ ਕੀ ਬੋਲਾਂਗੇ? ਆਈਸੋਬਾਰ, ਐਡਜ਼ੋਰਪਸ਼ਨ ਆਈਸੋਬਾਰ। ਠੀਕ ਹੈ ਜੀ। ਅੱਗੇ ਆ ਗਿਆ ਐਡਜ਼ੋਰਪਸ਼ਨ ਫਰੋਮ ਸੋਲਿਊਸ਼ਨਸ। ਦੇਖੋ ਅਗਰ ਆਪਾਂ ਕਿਸੇ ਗੈਸਿਸ ਸਿਸਟਮ ਨੂੰ ਲੈ ਕੇ ਚੱਲਦੇ ਹਾਂ ਤਾਂ ਉੱਥੇ ਆਪਾਂ ਪ੍ਰੈਸ਼ਰ ਨੋਟ ਕਰਦੇ ਹਾਂ, ਬਟ ਅਗਰ ਆਪਾਂ ਸੋਲਿਊਸ਼ਨ ਫਾਰਮ ਨੂੰ ਡਿਸਕਸ ਕਰਦੇ ਹਾਂ ਤਾਂ ਉੱਥੇ ਆਪਾਂ ਕੰਸੈਂਟਰੇਸ਼ਨ ਨੋਟ ਕਰਾਂਗੇ। ਸੋ ਇੱਥੇ ਆ ਗਿਆ x/m = k c⁻1/n। ਤਾਂ ਮੋਡੀਫਿਕੇਸ਼ਨ ਕਰਤੀ ਆਪਾਂ ਥੋੜੀ ਜੀ। ਠੀਕ ਹੈ ਜੀ। ਸੇਮ ਹੀ ਮਤਲਬ ਜਿੱਥੇ ਜਿੱਥੇ ਪ੍ਰੈਸ਼ਰ ਆ ਗਿਆ ਉੱਥੇ ਉੱਥੇ ਆਪਾਂ c ਪੁੱਟ ਕਰ ਦੇਣੀ ਹੈ ਕੰਸੈਂਟਰੇਸ਼ਨ। ਸੋ ਇਹ ਆ ਗਿਆ ਸੋਲਿਊਸ਼ਨਸ ਦੇ ਲਈ ਐਡਜ਼ੋਰਪਸ਼ਨ ਆਈਸੋਥਰਮ। ਨੈਕਸਟ ਇੱਕ ਤੁਹਾਡੇ ਲਈ ਕੁਐਸਚਨ ਹੈ ਸਾਰਿਆਂ ਦੇ ਲਈ, ਉਹ ਕਰਨਾ ਤੁਸੀਂ। ਵਟ ਇਜ਼ ਐਡਜ਼ੋਰਪਸ਼ਨ ਆਈਸੋਸਟੇਅਰ। ਆਈਸੋਸਟੇਅਰ ਕੀ ਹੁੰਦਾ ਹੈ? ਐਡਜ਼ੋਰਪਸ਼ਨ ਆਈਸੋਸਟੇਅਰ ਆਪਾਂ ਆਈਸੋਥਰਮ ਕਰ ਲਿਆ, ਆਈਸੋਬਾਰ ਕਰ ਲਿਆ, ਆਈਸੋਸਟੇਅਰ ਤੁਸੀਂ ਕਰਨਾ। ਠੀਕ ਹੈ ਜੀ। ਤਾਂ ਇਹ ਅੱਜ ਦਾ ਟੌਪਿਕ ਸੀਗਾ ਐਡਜ਼ੋਰਪਸ਼ਨ, ਟਾਈਪ ਆਫ ਐਡਜ਼ੋਰਪਸ਼ਨ। ਤੁਸੀਂ ਪੜ੍ਹਨਾ ਹੈ, ਸਟੱਡੀ ਕਰਨਾ ਹੈ। ਠੀਕ ਹੈ ਜੀ। ਮਿਲਦੇ ਨੈਕਸਟ ਵੀਡੀਓ 'ਚ।